इस परिवार का जवाब सानू सुखराज सिंह का जिहड़े अज मोर्चे लाउंदे आ इन्हां दे सारे समुचे परिवार का जवाब सी। असीं हत्थ जोड़े सी इन्हां दे अगे कि साडी बेनती नूं प्रवान करो तो साडे नाल सहमत हो तो आपां बनदी कार्रवाई करवाईए। इन्हां सारे परिवार ने साडे अगे हत्थ जोड़े कि रब दा वास्ता एक साडा मरवाता है, साडा घर ना जाड़ो, साडे घरों जाओ। ਜਿਹੜੇ नौजवान सन उन्होंने फिर रोस भी ਜ਼ਾਹਰ किया कि तुसीं शहीद दी शहीदी का कितना मुल लिया। इन्हां दे विहड़े विच खड़े इन्हां दे पिंड दे सरपंच ने सुखबीर बादल वल्लों जिहड़ा चैक दिता सी परिवार नूं वो सारिਆਂ दे सामने दिखाया। सुखबीर बादल इन्हां दे घर विच आउंदा है ਤੇ ਜਦੋਂ ਇਹਨਾਂ ਦੇ ਘਰ ਵਿੱਚ ਆਉਂਦਾ ਪਰਿਵਾਰ ਨੂੰ ਮਿਲਦਾ ਸੁਖਰਾਜ ਸਿੰਘ ਵੱਲੋਂ ਸੁਖਬੀਰ ਬਾਦਲ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਜਾਂਦਾ। ਮੇਰਾ ਸੁਖਰਾਜ ਸਿੰਘ ਦੇ ਉੱਪਰ ਸਵਾਲ ਆ, ਇੱਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੁਖਬੀਰ ਬਾਦਲ ਦੀ ਸਰਕਾਰ ਦੌਰਾਨ ਬੇਅਦਬੀ ਕੀਤੀ ਗਈ, ਦੂਜਾ ਤੇਰੇ ਪਿਤਾ ਨੂੰ ਗੋਲੀਆਂ ਮਾਰ ਕਰਕੇ ਸ਼ਹੀਦ ਕੀਤਾ ਗਿਆ। ਕਿਹੜੇ ਸੰਬੰਧ ਵਿੱਚ ਸੁਖਬੀਰ ਬਾਦਲ ਨੂੰ ਸਰੂਪ ਦੇ ਕੇ ਸਨਮਾਨਿਤ ਕੀਤਾ? ਤੈਨੂੰ ਸ਼ਰਮ ਨਾ ਆਈ? ਮੈਂ ਇਹਨਾਂ ਦੇ ਉੱਪਰ ਸਵਾਲ ਕਰਦਾ ਕਿ ਜਦੋਂ ਇਨਸਾਫ ਦਾ ਸਮਾਂ ਸੀ ਉਹਦੀ ਤੁਸੀਂ ਸਿੱਖ ਸੰਗਤਾਂ ਨੂੰ ਠੁਕਰਾਇਆ, ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਜਦੋਂ ਸੁਖਬੀਰ ਬਾਦਲ ਦਾ ਸਮਾਂ ਸੀ ਉਹਨਾਂ ਕੋਲੋਂ ਤੁਸੀਂ ਸਰਕਾਰੀ ਨੌਕਰੀਆਂ ਤੇ ਆਪਣੇ ਜਿਹੜੇ ਘਰ ਪੈਸਿਆਂ ਨਾਲ ਭਰੇ। ਕੈਪਟਨ ਸਰਕਾਰ ਦਾ ਸਮਾਂ ਆਉਂਦਾ ਤੇ ਤੁਸੀਂ ਕਰੋੜਾਂ ਰੁਪਏ ਲਏ ਆ। ਇਹਦੇ ਮੇਨ 3 ਦੋਸ਼ੀ ਆ ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਸਰਸੇ ਵਾਲਾ ਪਖੰਡੀ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸੁਖਬੀਰ ਤੋਂ ਸ਼ੁਰੂ ਹੋਈ ਆ। ਜਿਹੜਾ ਪ੍ਰਬੰਧ ਸੀ ਪ੍ਰਸ਼ਾਸਨ ਦਾ ਉਹ ਸੁਮੇਧ ਸੈਣੀ ਉਸ ਟਾਈਮ ਤੇ ਡੀਜੀਪੀ ਸੀ ਪੰਜਾਬ ਪੁਲਿਸ ਦਾ, ਤੇ ਸਰਸੇ ਵਾਲੇ ਦੇ ਚੇਲਿਆਂ ਨੇ ਇਹ ਘਟਨਾ ਕੀਤੀ ਆ। ਜੇਕਰ ਮੋਰਚਾ ਲਾਉਣ ਦੀ ਲੋੜ ਪਈ ਤੇ ਜ਼ਰੂਰ ਲਾਵਾਂਗੇ, ਪਰ ਨਾ ਤਾਂ ਕਿਸੇ ਦੇ ਕਹਿਣ ਤੇ ਲਾਵਾਂਗੇ ਤੇ ਨਾ ਪੈਸੇ ਦੀ ਸੰਧੀ ਕਰਕੇ ਜਾਂ ਮੋਰਚੇ ਨੂੰ ਵੇਚਣ ਵਾਸਤੇ। ਰਹਿਮਤ ਸਰਕਾਰ ਟੀਵੀ ਦੇਖ ਰਹੇ ਹੋ ਦੋਸਤੋ, ਸਵਾਗਤ ਹੈ ਤੁਹਾਡਾ। ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜੋ ਵਾਪਰੀਆਂ ਸਨ ਉਹਦੇ ਸੰਬੰਧ ਵਿੱਚ ਗੱਲਬਾਤ ਕਰਨ ਲਈ ਦਮਦਮੀ ਟਕਸਾਲ ਤੀਸਰਾ ਧੜਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੇ ਕੋਲ ਪਹੁੰਚੇ ਆ। ਬੀਤੇ ਕੱਲ੍ਹ ਤੁਸੀਂ ਵੇਖਿਆ ਸੀ ਕਿ ਬਾਈਬਲ ਕਲਾਂ ਵਿਖੇ ਫਿਰ ਸਿੱਖ ਜਥੇਬੰਦੀਆਂ ਵੱਲੋਂ ਰੋਡ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ, ਧਰਨਾ ਲਗਾਇਆ ਗਿਆ। ਕਿਹਾ ਗਿਆ ਸੀ ਕਿ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ ਜਦ ਤੱਕ ਨਵੀਂ ਸਰਕਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਨਹੀਂ ਖੜਾ ਕਰਦੀ। ਸੋ ਭਾਈ ਸਾਹਿਬ ਦੀ ਕੱਲ੍ਹ ਗੈਰ ਮੌਜੂਦਗੀ ਰਹੀ ਹੈ। ਗੱਲਬਾਤ ਕਰਕੇ ਜਾਣਦੇ ਹਾਂ ਕਿ ਅਸਲ 'ਚ ਮੋਰਚਾ ਕੀ ਸੀ ਔਰ ਹੁਣ ਜਿਹੜੇ ਪਿਛਲੇ ਆਗੂ ਪਿਛਲੇ ਸਮੇਂ 'ਚ ਮੋਰਚੇ ਦੀ ਅਗਵਾਈ ਕਰਦੇ ਰਹੇ ਨੇ ਉਹਨਾਂ ਦੀ ਗੈਰ ਮੌਜੂਦਗੀ ਕੀ ਕਾਰਨ ਹੈ। ਭਾਈ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੱਲ੍ਹ ਫਿਰ ਬਾਈਬਲ ਕਲਾਂ ਵਿਖੇ ਮੋਰਚਾ ਲਗਾਇਆ ਗਿਆ। ਜਿਸ ਪਰਿਵਾਰ ਦੀ ਸ਼ਹੀਦੀ ਹੋਈ ਸੀ ਉਦੋਂ ਗੋਲੀ ਲੱਗਣ ਨਾਲ ਉਹਨਾਂ ਦੇ ਸਪੁੱਤਰ ਵੱਲੋਂ ਸੁਖਰਾਜ ਸਿੰਘ ਵੱਲੋਂ ਕੁਝ ਜਥੇਬੰਦੀਆਂ ਦੇ ਆਗੂਆਂ ਨਾਲ ਰਲ ਕੇ ਹਾਈਵੇ ਜਾਮ ਕੀਤਾ ਗਿਆ। ਕਿਵੇਂ ਵੇਖ ਰਹੇ ਹੋ ਤੁਸੀਂ? ਇਹ ਕੱਲ੍ਹ ਤਾਂ ਉਹਨਾਂ ਨੇ ਰੋਡ ਜਾਮ ਕੀਤਾ ਹੈ, ਪਰ ਇਸ ਧਰਨੇ ਲੱਗੇ ਨੂੰ ਕਾਫੀ ਦਿਨ ਹੋ ਗਏ। ਤੁਸੀਂ ਮੇਰੇ 'ਤੇ ਸਵਾਲ ਕੀਤਾ ਤੁਹਾਡੀ ਗੈਰ ਹਾਜ਼ਰੀ। ਵੇਖੋ, ਉਹ ਜਿਹੜੇ 2 ਸਿੰਘ ਸ਼ਹੀਦ ਹੋਏ ਆ ਉਹ ਪਰਿਵਾਰ ਦੇ ਹੱਕਾਂ ਜਾਂ ਪਰਿਵਾਰਕ ਲੜਾਈ ਵਾਸਤੇ ਸ਼ਹੀਦ ਨਹੀਂ ਹੋਏ। ਉਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦੇ ਸੰਬੰਧ ਵਿੱਚ ਬਾਈਬਲ ਕਲਾਂ ਵਿਖੇ ਮੋਰਚਾ ਲੱਗਾ ਸੀ। ਪੁਲਿਸ ਵੱਲੋਂ ਗੋਲੀਆਂ ਸਿੱਧੀਆਂ ਚਲਾਈਆਂ ਗਈਆਂ ਤੇ 2 ਮੌਕੇ 'ਤੇ ਸ਼ਹੀਦ ਹੋ ਗਏ। ਉਹ ਪਰਿਵਾਰ ਦੇ ਸ਼ਹੀਦ ਨਹੀਂ, ਪਰਿਵਾਰ ਦਾ ਰਿਸ਼ਤਾ ਜ਼ਰੂਰ ਉਹਨਾਂ ਦੇ ਨਾਲ ਆ, ਪਰ ਇਹ ਪੰਥ ਦੇ ਕੌਮ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦੇ ਸੰਬੰਧ ਵਿੱਚ ਸ਼ਹੀਦ ਹੋਏ ਕੌਮ ਦੇ ਸ਼ਹੀਦ ਆ। ਜਿਹੜਾ ਤੁਸੀਂ ਮੇਰੇ 'ਤੇ ਸਵਾਲ ਕੀਤਾ ਕਿ ਤੁਹਾਡੀ ਗੈਰ ਹਾਜ਼ਰੀ, ਜਿਸ ਦਿਨ ਕ੍ਰਿਸ਼ਨ ਭਗਵਾਨ ਸਿੰਘ ਤੇ ਸਰਜੀਤ ਸਿੰਘ ਸਰਾਵਾਂ ਸ਼ਹੀਦ ਹੁੰਦੇ ਆ, ਇਹਨਾਂ ਦਾ ਸਰੀਰ ਉਹਨਾਂ ਦੇ ਘਰ ਵਿਹੜੇ ਵਿੱਚ ਪਿਆ ਸੀ। ਅਸੀਂ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਦੇ ਘਰ ਪਰਿਵਾਰ ਗਏ, ਉੱਥੇ ਜਾ ਕੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ। ਅਸੀਂ ਸਾਰੇ ਸਿੰਘਾਂ ਨੇ ਇਹਨਾਂ ਨੂੰ ਬੇਨਤੀ ਕੀਤੀ
ਕਿ ਕੌਮ ਦੇ ਸ਼ਹੀਦ ਆ, ਇੱਕ ਤੇ ਸਰਕਾਰ ਕੋਲੋਂ ਪੈਸਾ ਨਾ ਲਿਓ ਤੇ ਸਰਕਾਰ ਦਾ ਲਾਲਚ ਜਿਹੜਾ ਉਹ ਠੁਕਰਾ ਲਿਓ। ਦੂਜਾ, ਆਪਾਂ ਇਹਨਾਂ ਸ਼ਹੀਦਾਂ ਦੇ ਸਰੀਰਾਂ ਨੂੰ ਚੁੱਕ ਕੇ ਤੇ ਜਿੱਥੇ ਸ਼ਹੀਦ ਹੋਇਆ ਉੱਥੇ ਲੈ ਜਾਈਏ। ਉੱਥੇ ਲਿਜਾਣ ਦਾ ਇੱਕੋ ਇੱਕ ਕਾਰਨ ਆ ਕਿ ਪੁਲਿਸ ਅਫਸਰਾਂ, ਪੁਲਿਸ ਮੁਲਾਜ਼ਮਾਂ ਤੇ ਜਿਹੜੇ ਇਸ ਕੇਸ ਨਾਲ ਸੰਬੰਧਿਤ ਆ ਗੋਲੀ ਕਾਂਡ ਦੇ ਨਾਲ, ਉਹਨਾਂ ਦੇ ਉੱਪਰ ਪਰਚਾ ਹੋ ਜਾਊਗਾ। ਫਿਰ ਇਸ ਪਰਿਵਾਰ ਦਾ ਜਵਾਬ ਸਾਨੂੰ ਸੁਖਰਾਜ ਸਿੰਘ ਦਾ, ਜਿਹੜੇ ਅੱਜ ਮੋਰਚੇ ਲਾਉਂਦੇ ਆ, ਇਹਨਾਂ ਦੇ ਸਾਰੇ ਸਮੁੱਚੇ ਪਰਿਵਾਰ ਦਾ ਜਵਾਬ ਸੀ। ਅਸੀਂ ਹੱਥ ਜੋੜੇ ਸੀ ਇਹਨਾਂ ਦੇ ਅੱਗੇ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਸਾਡੇ ਨਾਲ ਸਹਿਮਤ ਹੋ ਤੇ ਆਪਾਂ ਬਣਦੀ ਕਾਰਵਾਈ ਕਰਵਾਈਏ। ਇਹਨਾਂ ਸਾਰੇ ਪਰਿਵਾਰ ਨੇ ਸਾਡੇ ਅੱਗੇ ਹੱਥ ਜੋੜੇ ਕਿ ਰੱਬ ਦਾ ਵਾਸਤਾ ਇੱਕ ਸਾਡਾ ਮਰਵਾਤਾ ਹੈ, ਸਾਡਾ ਘਰ ਨਾ ਜਾੜੋ, ਸਾਡੇ ਘਰੋਂ ਜਾਓ। ਜਦੋਂ ਪਰਿਵਾਰ ਹੀ ਸਾਡੇ ਨਾਲ ਸਹਿਮਤ ਨਹੀਂ ਹੋਇਆ, ਉੱਥੇ ਸਾਡੀ ਬੇਵਸੀ ਹੋ ਗਈ। ਜਿਹੜੇ ਨੌਜਵਾਨ ਸਨ ਉਹਨਾਂ ਨੇ ਫਿਰ ਰੋਸ ਵੀ ਜ਼ਾਹਰ ਕੀਤਾ ਕਿ ਤੁਸੀਂ ਸ਼ਹੀਦੀ ਦਾ ਕਿੰਨਾ ਮੁੱਲ ਲਿਆ। ਇਹਨਾਂ ਦੇ ਵਿਹੜੇ ਵਿੱਚ ਖੜੇ ਇਹਨਾਂ ਦੇ ਪਿੰਡ ਦੇ ਸਰਪੰਚ ਨੇ ਸੁਖਬੀਰ ਬਾਦਲ ਵੱਲੋਂ ਜਿਹੜਾ ਚੈੱਕ ਦਿੱਤਾ ਸੀ ਪਰਿਵਾਰ ਨੂੰ, ਉਹ ਸਾਰਿਆਂ ਦੇ ਸਾਹਮਣੇ ਦਿਖਾਇਆ ਕਿ ਆਹ ਸੁਖਬੀਰ ਬਾਦਲ ਸਰਕਾਰ ਵੱਲੋਂ ਸ਼ਹੀਦ ਪਰਿਵਾਰ ਨੂੰ ਇੱਕ ਚੈੱਕ ਦਿੱਤਾ। ਉਹ ਰੱਬ ਜਾਣੇ 10 ਲੱਖ ਦਾ ਸੀ, 12 ਦਾ ਸੀ, 15 ਦਾ ਸੀ, ਉਹ ਪਰਿਵਾਰ ਦੱਸ ਸਕਦਾ। ਦੂਜਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਦੋਨਾਂ ਪਰਿਵਾਰਾਂ ਨੂੰ ਸੁਖਬੀਰ ਬਾਦਲ ਵੱਲੋਂ ਪੈਸਿਆਂ ਦੇ ਚੈੱਕ ਦਿੱਤੇ ਗਏ। ਇਸ ਪਰਿਵਾਰ ਦਾ ਤੇ ਮੈਨੂੰ ਚੰਗੀ ਤਰ੍ਹਾਂ ਪਤਾ, ਸੁਖਰਾਜ ਸਿੰਘ ਦਾ ਭਾਈ ਅੱਜ ਵੀ ਸਰਕਾਰੀ ਨੌਕਰੀ ਕਰਦਾ। ਥੋੜ੍ਹੇ ਦਿਨਾਂ ਬਾਅਦ ਸੁਖਬੀਰ ਬਾਦਲ ਇਹਨਾਂ ਦੇ ਘਰ ਵਿੱਚ ਆਉਂਦਾ ਤੇ ਜਦੋਂ ਇਹਨਾਂ ਦੇ ਘਰ ਵਿੱਚ ਆਉਂਦਾ, ਪਰਿਵਾਰ ਨੂੰ ਮਿਲਦਾ, ਸੁਖਰਾਜ ਸਿੰਘ ਵੱਲੋਂ ਸੁਖਬੀਰ ਬਾਦਲ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਜਾਂਦਾ। ਮੇਰਾ ਸੁਖਰਾਜ ਸਿੰਘ ਦੇ ਉੱਪਰ ਸਵਾਲ ਆ, ਇੱਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੁਖਬੀਰ ਬਾਦਲ ਦੀ ਸਰਕਾਰ ਦੌਰਾਨ ਬੇਅਦਬੀ ਕੀਤੀ ਗਈ। ਦੂਜਾ, ਤੇਰੇ ਪਿਤਾ ਨੂੰ ਗੋਲੀਆਂ ਮਾਰ ਕਰਕੇ ਸ਼ਹੀਦ ਕੀਤਾ ਗਿਆ। ਕਿਹੜੇ ਸੰਬੰਧ ਵਿੱਚ ਸੁਖਬੀਰ ਬਾਦਲ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ? ਤੈਨੂੰ ਸ਼ਰਮ ਨਾ ਆਈ? ਦੂਜਾ, ਗੁਰਮੁਖੋ ਇਸੇ ਤਰ੍ਹਾਂ ਸਰਾਵਾਂ ਵਾਲੇ ਪਰਿਵਾਰ ਨੇ ਕੀਤਾ, ਸਾਡੀ ਕਿਸੇ ਨੇ ਨਹੀਂ ਮੰਨੀ। ਸਮਾਂ ਲੰਘਦਾ ਗਿਆ, ਜਦੋਂ ਇਨਸਾਫ ਲੈਣ ਦਾ ਸਮਾਂ ਮੌਕਾ ਸੀ, ਸਾਡੀ ਦੋਨਾਂ ਪਰਿਵਾਰਾਂ ਨੇ ਇੱਕ ਨਹੀਂ ਸੁਣੀ। ਆਪਣਾ ਅਸੀਂ ਇਨਸਾਨੀਅਤ ਜਾਂ ਪੰਥਕ ਸਿੱਖ ਫਰਜ਼ ਨਿਭਾਇਆ, ਉਹਨਾਂ ਦਾ ਸਮੇਂ ਅਨੁਸਾਰ ਸੰਸਕਾਰ ਕੀਤਾ, ਦੁਸਹਿਰਾ ਮਨਾਇਆ ਗਿਆ, ਪਰ ਪਰਿਵਾਰਾਂ ਨੇ ਸਾਡੇ ਨਾਲ ਕੋਈ ਵੀ ਸਹਿਮਤੀ ਨਹੀਂ ਦਿੱਤੀ। ਉਦੋਂ ਬਾਅਦ ਗੁਰਮੁਖੋ ਸਿੱਟ ਬਣੀਆਂ, ਸਿੱਟਾਂ ਦੀਆਂ ਰਿਪੋਰਟਾਂ ਆਈਆਂ, ਪਰ ਸਮੇਂ ਅਨੁਸਾਰ ਸਰਕਾਰ ਨਾ ਮਨਜ਼ੂਰ ਕਰਦੀ ਆ। ਅੱਗੇ ਕੈਪਟਨ ਦੀ ਸਰਕਾਰ ਆਉਂਦੀ ਆ। ਕੈਪਟਨ ਦੀ ਸਰਕਾਰ ਦੇ ਸਮੇਂ ਦੌਰਾਨ ਧਿਆਨ ਸਿੰਘ ਮੰਡ ਵੱਲੋਂ ਇਸੇ ਦੁਖਦਾਈ ਘਟਨਾ ਦੇ ਸਬੰਧ ਵਿੱਚ ਗੁਰਮੁਖੋ ਮੋਰਚਾ ਲੱਗਦਾ। ਮੋਰਚੇ ਦੌਰਾਨ ਜੋ ਕੁਝ ਮੰਡ ਨੇ ਜਾਂ ਉਹਦੇ ਸਹਿਯੋਗੀਆਂ ਨੇ ਕੀਤਾ, ਉਹ ਸਾਰਿਆਂ ਨੂੰ ਪਤਾ ਹੈ, ਕੋਈ ਭੁਲੇਖੇ ਵਾਲੀ ਗੱਲ ਨਹੀਂ। ਕੈਪਟਨ ਸਰਕਾਰ ਵੱਲੋਂ ਫਿਰ ਕ੍ਰਿਸ਼ਨ ਭਗਵਾਨ ਦੇ ਪਰਿਵਾਰ ਤੇ ਸਰਜੀਤ ਸਿੰਘ ਸਰਾਵਾਂ ਦੇ ਪਰਿਵਾਰ ਨੂੰ ਗੁਰਮੁਖੋ 1-1 ਕਰੋੜ ਦੇ ਚੈੱਕ ਦਿੱਤੇ ਗਏ ਆ। ਜਿਹੜੀ ਸਰਕਾਰ ਆਉਂਦੀ ਆ, ਇਹ ਆਪਣੇ ਸ਼ਹੀਦਾਂ ਦਾ ਮੁੱਲ ਲੈਂਦੇ ਆ ਤੇ ਦੱਸੋ ਇਹਨਾਂ ਦਾ ਇਨਸਾਫ ਬਣਦਾ ਨਹੀਂ। ਪਹਿਲੀ ਤਾਂ ਗੱਲ ਇਹ ਹੈ ਕਿ ਉਹ ਕੌਮ ਦੇ ਸ਼ਹੀਦ ਆ, ਉਹ ਪੰਥ ਦੇ ਸ਼ਹੀਦ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦੇ ਸੰਬੰਧ ਵਿੱਚ ਮੋਰਚਾ ਲੱਗਾ ਤੇ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ। ਉਹਨਾਂ ਦੀ ਕੋਈ ਪੰਦਕੀ, ਉਹਨਾਂ ਦੀ ਭਗਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਦਰ ਤੇ ਪ੍ਰਵਾਨ ਕੀਤੀ ਤੇ ਉਹ ਸ਼ਹੀਦ ਹੋਇਆ। ਅਨੇਕਾਂ ਸਿੰਘ, ਮਾਈ, ਭਾਈ, ਨੌਜਵਾਨ, ਬਜ਼ੁਰਗ ਮੋਰਚਾ ਲਾ ਕੇ ਬੈਠੇ ਸਨ, ਪਰ ਸ਼ਹੀਦੀ ਕੇਵਲ 2 ਸਿੱਖਾਂ ਨੂੰ ਪ੍ਰਾਪਤ ਹੋਈ ਆ। ਮੈਂ ਇਹਨਾਂ ਦੇ ਉੱਪਰ ਸਵਾਲ ਕਰਦਾ ਕਿ ਜਦੋਂ ਇਨਸਾਫ ਦਾ ਸਮਾਂ ਸੀ, ਉਹਦੀ ਤੁਸੀਂ ਸਿੱਖ ਸੰਗਤਾਂ ਨੂੰ ਠੁਕਰਾਇਆ, ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਜਦੋਂ ਸੁਖਬੀਰ ਬਾਦਲ ਦਾ ਸਮਾਂ ਸੀ, ਉਹਨਾਂ ਕੋਲੋਂ ਤੁਸੀਂ ਸਰਕਾਰੀ ਨੌਕਰੀਆਂ ਤੇ ਆਪਣੇ ਜਿਹੜੇ ਘਰ ਪੈਸਿਆਂ ਨਾਲ ਭਰੇ। ਕੈਪਟਨ ਸਰਕਾਰ ਦਾ ਸਮਾਂ ਆਉਂਦਾ ਤੇ ਤੁਸੀਂ ਕਰੋੜਾਂ ਰੁਪਏ ਲਏ ਆ। ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੋਰਚਾ ਲਾਉਣ ਲੱਗਿਆ ਨੂੰ? ਇਸ ਕਰਕੇ ਮੈਨੂੰ ਇਹਨਾਂ ਦੇ ਨਾਲ ਨਾਰਾਜ਼ਗੀ ਸੀ। ਪਰਿਵਾਰ ਨੇ ਸਿੱਖ ਸੰਗਤ ਦੇ ਨਾਲ ਸਹਿਮਤੀ ਨਹੀਂ ਦਿੱਤੀ। ਸਹਿਮਤੀ ਤਾਂ ਕੀ ਦੇਣੀ ਸੀ? ਜਿਹੜਾ ਸਿੱਖ ਪੰਥ ਦਾ, ਸਿੱਖ ਕੌਮ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਵੱਡਾ ਦੋਸ਼ੀ ਪਰਿਵਾਰ ਆ ਸੁਖਬੀਰ ਬਾਦਲ, ਉਹਨਾਂ ਨੂੰ ਘਰੇ ਸੱਦ ਕੇ ਸਿਰੋਪਾਓ ਦੇ ਕਰਕੇ ਇਹਨਾਂ ਨੇ ਸਨਮਾਨਿਤ ਕੀਤਾ। ਇਸ ਕਰਕੇ ਮੈਨੂੰ ਕੋਈ ਇਤਰਾਜ਼ ਸੀ, ਇਸ ਕਰਕੇ ਮੈਂ ਇਹਨਾਂ ਦੇ ਮੋਰਚੇ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ ਤੇ ਨਾ ਹੀ ਕੱਲ੍ਹ ਵਾਲੇ ਧਰਨੇ ਵਿੱਚ
ਮੈਂ ਕੋਈ ਆਪਣਾ ਸ਼ਮੂਲੀਅਤ ਕੀਤੀ ਆ, ਪਰ ਜਿਹੜੇ ਸੰਘ ਕੱਲ ਗਏ ਆ, ਮੈਂ ਉਹਨਾਂ ਨੂੰ ਹੀ ਪੁੱਛਣਾ ਚਾਹਣਾ ਕਿ ਆਪਾਂ ਸਿੱਖ ਕੌਮ ਦੇ ਨਾਲ ਆ ਜਾਂ ਸ਼ਹੀਦੀਆਂ ਦਾ ਜਿਹੜਾ ਮੁੱਲ ਵੱਟਦੇ ਆ, ਕੌਮ ਦੇ ਨਾਲ ਸਮੇਂ ਅਨੁਸਾਰ ਗਦਾਰੀ ਕਰਦੇ ਆ, ਕਿ ਆਪਾਂ ਗਦਾਰਾਂ ਦੇ ਨਾਲ ਆ। ਸਾਡੇ ਮਾਥੇ ਤੇ ਲੇਬਲ ਲੱਗਾ ਪੰਥਕ, ਪਰ ਜਾਣ ਲੱਗਿਆ ਥੋੜਾ ਬਹੁਤਾ ਸੋਚਿਆ ਕਰੋ ਕਿ ਜਿਨ੍ਹਾਂ ਪਰਿਵਾਰਾਂ ਦੇ ਮੰਗਰ ਚੱਲੇ ਆ ਕਿ ਇਹ ਪੰਥ ਦੇ ਨਾਲ ਸਹਿਮਤ ਆ। ਸਰ ਭਾਈ ਸਾਹਿਬ, ਗੱਲ ਲੰਬੀ ਹੁੰਦੀ ਹੈ। ਮੈਂ ਸੁਖਰਾਜ ਸਿੰਘ ਨਾਲ ਕੱਲ ਗੱਲ ਕੀਤੀ ਸੀ ਮੋਰਚੇ 'ਚ ਪਹੁੰਚ ਕੇ, ਤੁਹਾਡਾ ਜ਼ਿਕਰ ਵੀ ਕੀਤਾ। ਉਹ ਕਹਿੰਦਾ ਪਹਿਲੇ ਇਹੋ ਭਾਈ ਸਾਹਿਬ ਸਾਰੇ ਸਾਨੂੰ ਕਹਿੰਦੇ ਸੀ, ਜਿਹੜੇ ਮੋਰਚੇ ਦੀ ਅਗਵਾਈ ਕਰਦੇ ਸੀ, ਕਿ ਸਰਕਾਰ ਕੋਲੋਂ ਮੁਆਵਜ਼ਾ ਲੈ ਲੈਣਾ ਚਾਹੀਦਾ। ਤੇ ਅਸੀਂ ਮੁਆਵਜ਼ਾ ਲਿਆ, ਨਾ ਕਿ ਮੋਰਚੇ ਨੂੰ ਵੇਚਿਆ, ਕਿ ਜੇ ਕੌਮ ਦੇ ਸ਼ਹੀਦ ਸਨ ਤੇ ਸਾਨੂੰ ਜੋ ਹੁਕਮ ਹੋਇਆ ਉਹੀ ਕੀਤਾ। ਹੁਣ ਜੇ ਅਸੀਂ ਲੈ ਲਿਆ ਤਾਂ ਫਿਰ ਉਹਨੂੰ ਉਛਾਲਿਆ ਕਿਉਂ ਜਾਂਦਾ ਕਰਨ ਨੂੰ? ਬਿਲਕੁਲ ਗਲਤ ਆ। ਮੈਂ ਕਿਤੇ ਵੀ ਨਹੀਂ ਕਿਹਾ ਕਿ ਇਹਨਾਂ ਨੂੰ ਤੁਸੀਂ ਸਰਕਾਰ ਕੋਲੋਂ ਪੈਸੇ ਲਓ। ਮੈਂ ਇਹਨਾਂ ਦੇ ਵਿਹੜੇ ਵਿੱਚ ਖਲੋ ਕੇ ਗੱਲ ਕਹੀ ਸੀ, ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਿ ਸਰਕਾਰ ਕੋਲੋਂ ਲਾਲਚ ਨਾ ਲਿਓ, ਸਰਕਾਰ ਕੋਲੋਂ ਕੋਈ ਅਹੁਦੇਦਾਰੀ ਨਾ ਲਿਓ। ਇਹ ਕੌਮ ਦੇ ਸ਼ਹੀਦ ਆ, ਕੌਮ ਨੇ ਤੁਹਾਨੂੰ ਪੈਸੇ ਨਹੀਂ ਦੇਣੇ, ਸਨਮਾਨ ਕਰਨਾ, ਤੁਹਾਨੂੰ ਪੈਸਿਆਂ ਦੇ ਨਾਲ ਤੋਲਣਾ ਹੈ, ਪਰ ਸਰਕਾਰ ਤੋਂ ਭੁੱਲ ਕਰਕੇ ਪੈਸੇ ਲੈ ਕੇ ਆਪਣੀ ਗਲਤੀ ਸ਼ਹੀਦੀ ਨੂੰ ਪੈਰਾਂ ਵਿੱਚ ਨਾ ਰੋਲਿਓ। ਸਬੂਤ ਦੇਣ ਮੈਂ ਕਿੱਥੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਰਕਾਰ ਕੋਲੋਂ ਮੁਆਵਜ਼ਾ ਲਓ। ਬੀਤੇ ਦਿਨ ਹੀ ਜਦੋਂ ਇਹਨਾਂ ਨੇ ਮੋਰਚਾ ਲਾਇਆ, ਇਹੀ ਸਵਾਲ ਉੱਥੇ CID ਵਾਲੇ 2 ਜਾਂ 3 ਬੰਦੇ ਬੈਠੇ ਸੀ, ਉਹਨਾਂ ਦੇ ਸਾਹਮਣੇ ਮੈਂ ਸੁਖਰਾਜ ਸਿੰਘ ਤੇ ਮੇਰੇ ਨਾਲ ਸਤਿਕਾਰ ਕਮੇਟੀ ਦੇ ਸਿੰਘ ਵੀ ਸੀ। ਮੈਂ ਕਿਹਾ ਸੁਖਰਾਜ ਸਿੰਘ, ਤੇਰੇ ਤੇ ਸਿੱਖ ਕੌਮ ਨੂੰ ਤਰਾਜ ਆ ਕਿ ਸੁਖਬੀਰ ਬਾਦਲ ਤੋਂ ਤੁਸੀਂ ਸਰਕਾਰੀ ਨੌਕਰੀ ਲਈ, ਸੁਖਬੀਰ ਬਾਦਲ ਦੇ ਕੋਲੋਂ ਤੁਸੀਂ ਪੈਸੇ ਲਏ, ਕਰੋੜ ਦਾ ਚੈੱਕ ਤੁਸੀਂ ਕੈਪਟਨ ਦੇ ਕੋਲੋਂ ਲਿਆ। ਇਹਦਾ ਜਵਾਬ ਸਿੱਖ ਕੌਮ ਮੰਗਦੀ ਆ। ਜਿੰਨਾ ਚਿਰ ਤੁਸੀਂ ਇਹਦਾ ਨਿਰਣਾ ਨਹੀਂ ਕਰਦੇ, ਉਹਨਾਂ ਚਿਰ ਸਿੱਖ ਕੌਮ ਨੇ ਤੁਹਾਡਾ ਸਾਥ ਨਹੀਂ ਦੇਣਾ। ਮੇਰੇ ਨਾਲ ਇਹਨੇ ਵਾਅਦਾ ਕੀਤਾ ਸੀ, ਅੱਜ ਨਹੀਂ ਕੱਲ੍ਹ ਮੈਂ ਮੀਡੀਏ 'ਤੇ ਇਹਦਾ ਖੰਡਨ ਕਰੂੰਗਾ ਕਿ ਮੈਂ ਪੈਸੇ ਨਹੀਂ ਲਏ, ਪਰ ਜੇ ਪੈਸੇ ਨਾ ਲਏ ਹੁੰਦੇ ਤੇ ਮੀਡੀਆ 'ਤੇ ਖੰਡਨ ਕਰਦਾ। ਸਾਰੀਆਂ ਸੰਗਤਾਂ ਕੋਲ ਪ੍ਰੂਫ ਆ, ਸਾਰੀਆਂ ਸੰਗਤਾਂ ਨੂੰ ਜਾਣਕਾਰੀ ਆ। ਇਸ ਕਰਕੇ ਇਹਨੇ ਸੁਖਬੀਰ ਬਾਦਲ ਤੋਂ ਵੀ ਪੈਸੇ ਲਏ ਆ, ਕੈਪਟਨ ਤੋਂ ਵੀ ਪੈਸੇ ਲਏ। ਮੈਂ ਕਿਸ ਜਗ੍ਹਾ 'ਤੇ ਇਹਨੂੰ ਕਿਹਾ ਸੀ ਕਿ ਤੁਸੀਂ ਮੁਆਵਜ਼ਾ ਲਓ? ਸ਼ਹੀਦਾਂ ਦਾ ਸਤਿਕਾਰ, ਜਿਹੜੀ ਮਗਰ ਸਿੱਖ ਕੌਮ ਬੈਠੀ ਆ, ਸ਼ਹੀਦਾਂ ਦੇ ਵਾਰਸ ਬੈਠੇ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਰਸ ਬੈਠੇ ਆ, ਉਹਨਾਂ ਤੋਂ ਸਨਮਾਨ ਲੈਣਾ ਜਾਂ ਬੇਅਦਬੀ ਕਰਨ ਵਾਲੇ ਪੰਥ ਦੇ ਗਦਾਰਾਂ ਕੋਲੋਂ ਸਨਮਾਨ ਲੈਣਾ। ਮੈਂ ਕਿਤੇ ਵੀ ਨਹੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੁਆਵਜ਼ਾ ਲਓ। ਨਾ ਇਹ ਵੀ ਗੱਲਾਂ ਉੱਥੇ ਉੱਠਦੀਆਂ ਸੀ ਕਿ ਜਦੋਂ ਪਹਿਲਾਂ ਬਰਗਾੜੀ ਵਿਖੇ ਮੋਰਚਾ ਲੱਗਾ ਸੀ, ਭਾਈ ਧਿਆਨ ਸਿੰਘ ਮਾਨ ਉਹਨਾਂ ਦੀ ਅਗਵਾਈ 'ਚ, ਬਲਜੀਤ ਸਿੰਘ ਦਾਦੂਵਾਲ, ਤੁਸੀਂ ਵੀ ਸੀ, ਭਾਈ ਪੰਥਪ੍ਰੀਤ ਸਿੰਘ ਉਹਨਾਂ ਦੀ ਗੱਲ ਕੀ ਜ਼ਿਕਰ ਕੀਤਾ ਤੁਸੀਂ। ਕਹਿੰਦੇ ਆ ਕਿ ਉਦੋਂ ਸਰਕਾਰ ਦੇ ਜਿਹੜੇ ਕੈਬਨਿਟ ਮਿਨਿਸਟਰ ਸਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੇ ਬਿਆਨ ਜਾਰੀ ਕੀਤਾ ਸੀ ਅਖਬਾਰਾਂ ਦੇ ਵਿੱਚ ਕਿ ਧਰਨਾ ਅਸੀਂ ਲਗਵਾਇਆ ਸੀ ਤੇ ਅਸੀਂ ਚੁਕਵਾ ਦਿੱਤਾ। ਸੋ ਕਹਿੰਦੇ ਇਹਨਾਂ ਆਗੂਆਂ ਨੇ ਧਰਨਾ ਵੇਚਿਆ, ਪਰਿਵਾਰ ਨੇ ਥੋੜ੍ਹੀ ਵੇਚਿਆ ਸੀ ਮੋਰਚਾ। ਇਹਦੇ ਬਾਰੇ ਜਿਹਨੇ ਧਰਨਾ ਲਾਇਆ ਧਿਆਨ ਸਿੰਘ ਮੰਡ ਦੱਸ ਸਕਦਾ ਹੈ। ਧਰਨਾ ਲਾਉਣ ਸਮੇਂ ਤੇ ਮੈਂ ਇੱਥੇ ਹੈ ਹੀ ਨਹੀਂ ਸੀ। ਮੈਂ ਤੇ ਜਦੋਂ ਇਹ ਮੋਰਚਾ ਲੱਗਦਾ 15 ਦਿਨ ਬਾਅਦ ਉਸ ਮੋਰਚੇ ਦੇ ਵਿੱਚ ਸ਼ਾਮਲ ਹੋਇਆ। ਇਹ ਤੇ ਜਵਾਬ ਧਿਆਨ ਸਿੰਘ ਮੰਡ ਦੇ ਸਕਦਾ ਜਾਂ ਸਰਕਾਰ ਦੱਸ ਸਕਦੀ ਹੈ। ਮੰਨ ਲਓ ਵੀ ਉਹਨਾਂ ਨੇ ਮੋਰਚਾ ਲਾਇਆ, ਉਹਨਾਂ ਨੇ ਵੇਚਿਆ ਤੇ ਉਹਨਾਂ ਦੇ ਹਿੱਸੇਦਾਰ ਤੁਸੀਂ ਵੀ ਆ। ਤੁਸੀਂ ਵੀ ਆਪਣੇ ਸ਼ਹੀਦਾਂ ਦੀ ਬਣਦੀ ਕੀਮਤ ਕਰੋੜ ਰੁਪਇਆ ਲਿਆ। ਨਿਰਦੋਸ਼ ਤੁਸੀਂ ਵੀ ਨਹੀਂ, ਜਿੰਨੇ ਕਸੂਰਵਾਰ ਹੋਆ ਉਹਨੇ ਸ਼ਹੀਦ ਪਰਿਵਾਰ। ਤੁਸੀਂ ਵੀ ਸ਼ਮੂਲੀਅਤ ਕਰਦੇ ਹੋ ਉਦੋਂ ਮੋਰਚੇ ਵਿੱਚ, ਬਾਅਦ ਵਿੱਚ ਕਿਨਾਰਾ ਕਰ ਗਏ, ਕੀ ਕਾਰਨ ਰਹੇ ਨੇ? ਮੈਂ ਉੱਥੇ ਉਹਨਾਂ ਦਾ ਵੇਖਿਆ ਹਿਸਾਬ ਕਿਤਾਬ ਕਿ ਇਹਨਾਂ ਦੀ ਪੰਥਕ ਸੋਚ ਨਹੀਂ। ਜਿਹੜਾ ਫੈਸਲਾ ਲੈਣਾ ਹੁੰਦਾ ਸੀ, ਅਸੀਂ ਮੀਟਿੰਗ ਕੁਝ ਹੋਰ ਕਰਦੇ ਸੀ, ਫੈਸਲੇ ਮੀਟਿੰਗ ਦੇ ਸਹਿਮਤੀ ਦੇ ਉਲਟ ਲੈ ਜਾਂਦੇ ਸੀ। ਮੈਂ ਇਹਨਾਂ ਦਾ ਰੁੱਖ ਰਵੱਈਆ ਪੰਥਕ ਰਵਾਇਤਾਂ ਦੇ ਅਨੁਸਾਰ ਵੇਖ ਕਰਕੇ ਉਹਨਾਂ ਨਾਲੋਂ ਕਿਨਾਰਾ ਕੀਤਾ ਕਿ ਇੱਥੇ ਕੱਢਣ ਪਾਉਣ ਨੂੰ ਕੁਛ ਨਹੀਂ। ਇਹਨਾਂ ਦੀ ਸੋਚ ਕੁਝ ਹੋ ਰਿਹਾ, ਇਹਨਾਂ ਦੀਆਂ ਮੂੰਹ 'ਤੇ ਗੱਲਾਂ ਕੁਛ ਹੋ ਰਿਹਾ, ਇਹਨਾਂ ਦੇ ਕੁਛ ਅੰਦਰ ਹੋ ਰਿਹਾ। ਉਹ ਬਾਅਦ ਵਿੱਚ ਸਾਰੀਆਂ ਸੰਗਤਾਂ ਨੂੰ ਪਤਾ ਨਹੀਂ ਲੱਗ ਗਿਆ ਵੀ ਇਹਨਾਂ ਦੀ ਸੋਚ ਕੀ ਸੀ, ਜਾਂ ਇਹਨਾਂ ਨੇ ਕਿਸ ਮਕਸਦ ਨੂੰ ਲੈ ਕੇ ਮੋਰਚਾ ਲਾਇਆ। ਸਰਕਾਰ ਨੇ ਲਵਾਇਆ ਤੇ ਜਾਂ ਸਰਕਾਰ ਦੱਸ ਸਕਦੀ ਹੈ ਤੇ ਜਾਂ ਧਿਆਨ ਸਿੰਘ ਮੰਨ ਦੱਸ ਸਕਦਾ। ਮੈਂ ਤੇ ਉਸੇ ਮੋਰਚੇ ਲੱਗਣ ਦੇ ਸੰਬੰਧ ਵਿੱਚ ਤੇ ਮੌਜੂਦ ਹੀ ਨਹੀਂ ਸੀ। ਹੁਣ ਇਨਸਾਫ ਕਿਹਨੂੰ ਮੰਨਦੇ ਹੋ? ਕਹਿੰਦੇ ਉਹ ਮਹਿੰਦਰਪਾਲ ਸਿੰਘ ਬਿੱਟੂ ਫੜਿਆ ਗਿਆ ਸੀ, ਅੰਦਰ ਉਹਦੀ ਮੌਤ ਵੀ ਹੋ ਗਈ। ਹੁਣ ਕਿਹੜੇ ਬੰਦੇ ਜਿਹੜੇ ਦੋਸ਼ੀ ਆ ਫੜੇ ਜਾਣੇ ਚਾਹੀਦੇ ਤਾਂ ਜਾ ਕੇ ਕੌਮ ਨੂੰ ਇਨਸਾਫ ਮਿਲ ਸਕਦਾ? ਇਸ ਘਟਨਾ ਦੇ ਗੁਰਮੁਖੋ ਜੇਕਰ ਸਿੱਖ ਸੰਗਤਾਂ ਕੋਲੋਂ ਤੁਸੀਂ ਪੁੱਛੋਗੇ ਨਾ ਨਿਰਣਾ ਕਰਕੇ ਵੀ ਦੋਸ਼ੀ ਕੌਣ ਆ, ਇਹਦੇ ਮੇਨ 3 ਦੋਸ਼ੀ ਆ: ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਸਰਸੇਵਾਲਾ ਪਖੰਡੀ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸੁਖਬੀਰ ਤੋਂ ਸ਼ੁਰੂ ਹੋਈ ਆ। ਜਿਹੜਾ ਪ੍ਰਬੰਧ ਸੀ ਪ੍ਰਸ਼ਾਸਨ ਦਾ ਉਹ ਸੁਮੇਧ ਸੈਣੀ ਉਸ ਟਾਈਮ ਤੇ DGP ਸੀ ਪੰਜਾਬ ਪੁਲਿਸ ਦਾ, ਤੇ ਸਰਸੇਵਾਲੇ ਦੇ ਚੇਲਿਆਂ ਨੇ ਇਹ ਘਟਨਾ ਕੀਤੀ ਆ। ਸੁਖਬੀਰ ਬਾਦਲ ਦੀ ਸਰਕਾਰ ਸੀ। ਇਸ ਕਰਕੇ ਮੈਂ ਸਮਝਦਾ ਕਿ ਜਿੰਨਾ ਚਿਰ 3 ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਉਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਨਹੀਂ ਕੀਤੀ ਜਾਂਦੀ, ਕਿਉਂ ਕੀਤੀ, ਇਹਦਾ ਕਾਰਨ ਕੀ ਸੀ, ਕੀ ਤੋਂ ਕਰਵਾਈ ਆ, ਇਹਨਾਂ ਦੇ ਥੱਲੇ ਕੌਣ ਜੁੰਡਲੀ ਕੰਮ ਕਰਦੀ ਸੀ, ਸੰਗਤ ਦੀ ਨਿਗਾਹ ਵਿੱਚ ਗੁਰਮੁਖੋ ਇਹ 3 ਦੋਸ਼ੀ ਆ।
ਜਿੰਨਾ ਚਿਰ 3 ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਕੇ ਉਹਨਾਂ ਦਾ ਰਿਮਾਂਡ ਲੈ ਕੇ ਨਹੀਂ ਪੁੱਛਗਿੱਛ ਕੀਤੀ ਜਾਂਦੀ, ਉਸ ਤਰ੍ਹਾਂ ਇਹ ਮਸਲਾ ਜਿਹੜਾ ਜਿਉਂਦਾ ਤਿਉਂ ਰਹੇਗਾ। ਜੇਕਰ ਇਸ ਮਸਲੇ ਨੂੰ ਮੌਜੂਦਾ ਸਰਕਾਰ ਨੇ ਸੁਲਝਾਉਣਾ ਹੈ ਤੇ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨਾ ਹੈ, ਪੰਥ ਦੀਆਂ ਤੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ, ਇਹਨਾਂ ਤਿੰਨਾਂ ਬੰਦਿਆਂ ਨੂੰ ਕਾਨੂੰਨ ਦੀ ਕਟਹਿਰੇ ਵਿੱਚ ਖੜਾ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਤੇ ਬਣਦੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਜਿੰਨਾ ਚਿਰ ਇਹ ਨਹੀਂ ਕਰਦੇ ਉਹਨਾਂ ਚਿਰ ਸਿੱਖ ਕੌਮ ਦੇ ਸਿੱਖ ਸੰਗਤਾਂ ਦੇ ਕਦੇ ਵਾਸਤੇ ਹਿਰਦੇ ਸ਼ਾਂਤ ਨਹੀਂ ਹੋਣੇ। ਸੋ ਸੁਖਰਾਜ ਸਿੰਘ ਇਹ ਵੀ ਕਹਿੰਦੇ ਆ ਕਿ ਜੇ ਅਸੀਂ ਮੋਰਚਾ, ਸਾਡੇ ਤੇ ਇਲਜ਼ਾਮ ਲੱਗਦਾ ਪੈਸੇ ਲੈ ਲਏ ਆ, ਤੁਹਾਡਾ ਨਾਂ ਲੈ ਗੱਲ ਕਰਦੇ ਸੀ ਕਿ ਭਾਈ ਅਮਰੀਕ ਸਿੰਘ ਨਾਲਾ ਖੁਦ ਕਿਉਂ ਨਹੀਂ ਮੋਰਚਾ ਲਗਾਉਂਦੇ, ਜੇ ਉਹ ਕਹਿੰਦੇ ਆ ਕਿ ਅਸੀਂ ਕਦੀ ਨਹੀਂ ਵਿਕੇ, ਅਸੀਂ ਕਦੀ ਨਹੀਂ ਝੁਕੇ, ਜਾਂ ਅਸੀਂ ਸਰਕਾਰ ਨਾਲ ਕਦੇ ਸਹਿਮਤੀ ਨਹੀਂ ਕੀਤੀ, ਆਪਣੇ ਤੌਰ ਤੇ ਉਹਨਾਂ ਹੁਣ ਤੱਕ ਕਿਹੜਾ ਮੋਰਚਾ ਲਾਇਆ ਜਿਹਦੇ ਨਾਲ ਗੱਲ ਜਾ ਸਕੇ ਕੌਮ ਦੇ ਵਿੱਚ ਕਿ ਇਹ ਜਿਹੜਾ ਮੋਰਚਾ ਸੀ ਇਹ ਬਿਲਕੁਲ ਸਹੀ ਅਰਥਾਂ 'ਚ ਲੱਗਾ? ਵੇਖੋ, ਮੋਰਚਾ ਲਾਉਣਾ ਜਾਂ ਨਾ ਲਾਉਣਾ ਇੱਕ ਵੱਖਰਾ ਵਿਸ਼ਾ ਹੈ, ਪਰ ਜਦੋਂ ਕੋਈ ਮੋਰਚਾ ਲੱਗਣ ਦਾ ਸਮਾਂ ਆਉਂਦਾ ਉਦੋਂ ਇਹੋ ਜਿਹਾ ਕੋਈ ਬੰਦਾ ਆ ਕਰਕੇ ਸਾਹਮਣੇ ਬਹਿ ਜਾਂਦਾ, ਜੇ ਇੱਕ ਪਾਸੇ ਮੈਂ ਵੀ ਚੌਂਕੜੀ ਮਾਰ ਕੇ ਬਹਿ ਜਾਂਦਾ, ਇੱਕ ਪਾਸੇ ਪਰਿਵਾਰ ਬੈਠਾ ਹੁੰਦਾ, ਇਹਦੇ ਨਾਲ ਹੋਰ ਦੁਬਿਧਾ ਵਧਦੀ ਆ। ਲੋਕਾਂ ਦਾ ਕਹਿਣਾ ਸੀ ਵੀ ਇਹ ਸੱਚੀ ਆ ਜਾਂ ਇਹ ਸੱਚੀ ਆ, ਇਸ ਕਰਕੇ ਅਸੀਂ ਦੁਬਿਧਾ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਜਦੋਂ ਦੁਬਿਧਾ ਵਿੱਚ ਪਵਾਂਗੇ ਤੇ ਹੋਰ ਇੱਥੇ ਵਾਦ-ਵਾਦ ਸ਼ੁਰੂ ਹੋ ਜਾਂਦੇ ਆ, ਮੀਡੀਆ ਵਾਲੇ ਵੀ ਸਵਾਲ ਕਰਨਗੇ, ਸਿੱਖ ਸੰਗਤਾਂ ਵੀ ਸਵਾਲ ਕਰਨਗੀਆਂ। ਇਸ ਕਰਕੇ ਜੇਕਰ ਮੋਰਚਾ ਲਾਉਣ ਦੀ ਲੋੜ ਪਈ ਤੇ ਜ਼ਰੂਰ ਲਾਵਾਂਗੇ, ਪਰ ਨਾ ਤਾਂ ਕਿਸੇ ਦੇ ਕਹਿਣ ਤੇ ਲਾਵਾਂਗੇ ਤੇ ਨਾ ਪੈਸੇ ਦੀ ਸੰਧੀ ਕਰਕੇ ਜਾਂ ਮੋਰਚੇ ਨੂੰ ਵੇਚਣ ਵਾਸਤੇ। ਗੁਰਮੁਖੋ, ਪਹਿਲੀ ਤਾਂ ਗੱਲ ਆ, ਮੋਰਚਾ ਲਾਉਂਦੇ ਨਹੀਂ, ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਮੋਰਚਾ ਲਾਵਾਂਗੇ, ਫਿਰ ਤੁਹਾਡੇ ਵਾਂਗ ਕਰੋੜਾਂ ਦੇ ਚੈੱਕ ਲੈ ਕੇ ਅਸੀਂ ਜੇਬਾਂ ਭਰ ਕੇ ਆਪਣੇ ਘਰਾਂ ਨੂੰ ਨਹੀਂ ਆਵਾਂਗੇ। ਜਾਂ ਟਾਂਡਿਆਂ ਵਾਲੀ ਰਹੂਗੀ ਜਾਂ ਭਾਂਡਿਆਂ ਵਾਲੀ ਰਹੂਗੀ। ਤੁਹਾਡੇ ਵਾਂਗੂ ਅਸੀਂ ਮੋਰਚੇ ਵੇਚਾਂਗੇ ਨਹੀਂ ਵੀ ਇੱਕ 4 ਵਕੀਲ ਆ ਗਏ ਤੇ ਉਹਨਾਂ ਤੇ ਕਹਿਣ ਤੇ ਮੋਰਚਾ ਮੁਲਤਵੀ ਕਰਤਾ, ਅਸੀਂ ਜੀ ਇਹਨਾਂ ਤੇ ਯਕੀਨ ਕਰਦੇ ਨਹੀਂ। ਮੋਰਚਾ ਪਹਿਲੀ ਤਾਂ ਗੱਲ ਲਾਓ ਨਾ, ਜੇਕਰ ਸਾਡੀਆਂ ਲੱਤਾਂ ਭਾਰ ਨਹੀਂ ਚੁੱਕਦੀਆਂ ਆਪਣੇ ਘਰੇ ਬਹੁ, ਪਰਿਵਾਰ ਵਿੱਚ ਆਪਣੀ ਨਿੱਜੀ ਕਰਤ ਕਰੋ, ਤੇ ਜੇਕਰ ਮੋਰਚਾ ਲਾਇਆ ਤੇ ਉਦੋਂ ਉਹਨੂੰ ਫਿਰ ਕਿਸੇ ਤਨ ਪੱਤਣ ਲਾ ਕੇ ਲੈ ਕੇ ਜਾਓ। ਇਸ ਕਰਕੇ ਗੋਲ ਗੱਲਾਂ ਕਰਨੀਆਂ ਜਾਂ ਕਿਸੇ ਦੇ ਸਿਰ ਭਾਂਡਾ ਝਾੜਨਾ ਇਹ ਕੋਈ ਸਿਆਣਪ ਜਾਂ ਪ੍ਰਾਪਤੀ ਵਾਲੀ ਗੱਲ ਨਹੀਂ। ਇਹ ਅਕਾਲੀ ਵੀ ਚਲੇ ਗਏ, ਕਾਂਗਰਸ ਵੀ ਚਲੇ ਗਈ, ਕਹਿੰਦੇ ਸੀ ਫਰੈਂਡਲੀ ਮੈਚ ਹੈ, ਕੈਪਟਨ ਸਾਹਿਬ ਦਾ ਬਚਾਉਂਦੇ ਨੇ। ਹੁਣ ਤੇ ਆਮ ਆਦਮੀ ਦੀ ਸਰਕਾਰ ਹੈ, ਕੇਜਰੀਵਾਲ ਕੋਲ ਜਾਂ ਭਗਵੰਤ ਮਾਨ ਕੋਲੋਂ ਕੋਈ ਆਸ ਹੈ ਆ ਕਿ ਉਹ ਇਸ ਜਾਂਚ ਕਰਵਾ ਕੇ ਇਨਸਾਫ ਕਰ ਸਕਦੇ ਆ? ਵੇਖੋ, ਜਿੰਨਾ ਚਿਰ ਇਨਸਾਫ ਆਉਂਦਾ ਨਹੀਂ ਉਹਨਾਂ ਚਿਰ ਕਿਸੇ 'ਤੇ ਵਿਸ਼ਵਾਸ ਕਰਨਾ ਬਣਦਾ ਨਹੀਂ ਗਾ। ਜਦੋਂ ਕੋਈ ਕਾਰਜ ਕਰਨਗੇ ਉਦੋਂ ਅਸੀਂ ਵਿਸ਼ਵਾਸ ਕਰ ਸਕਦੇ ਹਾਂ, ਜਿੰਨਾ ਚਿਰ ਕੋਈ ਕਾਰਜ ਸਿੱਖ ਕੌਮ ਦੇ ਹਿੱਤਾਂ ਵਾਸਤੇ ਨਹੀਂ ਕਰਦੇ ਉਹਨਾਂ ਚਿਰ ਵਿਸ਼ਵਾਸ ਕੀਤਾ ਨਹੀਂ ਜਾ ਸਕਦਾ। ਸੋ ਮੋਰਚਾ ਪਹਿਲਾਂ ਵੀ ਲੱਗਦਾ ਰਿਹਾ, ਚੁੱਕਿਆ ਗਿਆ, ਕੱਲ੍ਹ ਵੀ ਲੱਗਾ, ਫਿਰ ਚੁੱਕਣਾ ਪਿਆ। ਸਵਾਲ ਖੜੇ ਹੋ ਗਏ ਜਿਹੜੇ ਮੋਰਚਾ ਲਾਉਂਦੇ ਨੇ ਉਹਨਾਂ ਦੇ ਉੱਤੇ। ਤੁਸੀਂ ਕੀ ਸਮਝਦੇ ਹੋ ਕਿ ਮੋਰਚਾ ਕਿਸ ਤਰ੍ਹਾਂ ਲੱਗਣਾ ਚਾਹੀਦਾ, ਰੂਪਰੇਖਾ ਕੀ ਹੋਣੀ ਚਾਹੀਦੀ ਹੈ ਇਨਸਾਫ ਲੈਣ ਲਈ? ਮੈਂ ਤਾਂ ਸਮਝਦਾ ਕਿ ਸਾਰੀਆਂ ਸਿੱਖ ਸੰਗਤਾਂ ਦੀ ਸਹਿਮਤੀ ਨਾਲ, ਸਾਰਿਆਂ ਦੇ ਸਹਿਯੋਗ ਦੇ ਨਾਲ ਮੋਰਚਾ ਲਾਉਣਾ ਚਾਹੀਦਾ, ਪਰ ਸਾਰੀਆਂ ਸਿੱਖ ਸੰਗਤਾਂ ਦੀ ਸਹਿਮਤੀ ਨਾਲ, ਸਾਰਿਆਂ ਦੇ ਸਹਿਯੋਗ ਨਾਲ ਲਾਉਣਾ ਚਾਹੀਦਾ। ਆਪਾਂ ਇਕੱਲੇ ਉੱਠ ਕੇ ਮੋਰਚਾ ਲਾਵਾਂਗੇ ਤੇ ਕਦੇ ਵਾਸਤੇ ਉਹਨੂੰ ਸਫਲਤਾ ਨਹੀਂ ਮਿਲੇਗੀ। ਜਦੋਂ ਆਪਾਂ ਸਾਰਿਆਂ ਦੀ ਸਹਿਮਤੀ ਨਾਲ, ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸਭ ਤੋਂ ਵੱਡਾ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਕਰਕੇ ਮੋਰਚਾ ਲਾਵਾਂਗੇ, ਉਸ ਦਿਨ ਮੋਰਚੇ ਨੂੰ ਅਵੱਛ ਜ਼ਰੂਰ ਸਫਲਤਾ ਮਿਲੇਗੀ। ਸੋ ਭਾਈ ਸਾਹਿਬ, ਇੱਕ ਲੋਕ ਇਤਰਾਜ਼ ਕਰਦੇ, ਮੇਰੇ 2 ਹੀ ਸਵਾਲ ਰਹਿ ਗਏ ਨੇ ਹੁਣ। ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਗੁਰੂ ਹੈ, ਬਿਨਾਂ ਸ਼ੱਕ ਕਹਿ ਲਈ ਕਿ ਦੁਨੀਆ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਆਸਥਾ ਰੱਖਦਾ ਹੈ ਔਰ ਸਿਰ ਝੁਕਾਉਂਦਾ ਹੈ, ਤੇ ਸਿੱਖ ਕੌਮ ਨਿਰਾਦਰ ਕਰਨ ਤੇ ਤੁਲੀ ਹੈ ਕਿ ਜਿੱਥੇ ਜੀ ਕਰਦਾ ਉੱਥੇ ਹੀ ਮਹਾਰਾਜ ਦਾ ਪ੍ਰਕਾਸ਼ ਕਰ ਦਿੰਦੇ ਆ, ਜਿਵੇਂ ਕੱਲ੍ਹ ਧਰਨੇ 'ਚ ਕੀਤਾ ਜਾਂ ਕਿਤੇ ਹੋਰ ਜਗ੍ਹਾ, ਅਜਿਹੀਆਂ ਜਗ੍ਹਾ 'ਤੇ ਪ੍ਰਕਾਸ਼ ਕਰ ਦਿੰਦੇ ਆ। ਇਹ ਨਿਰਾਦਰ ਨਹੀਂ ਗਾ? ਵੇਖੋ, ਜਿੱਥੇ ਇਤਰਾਜ਼ਯੋਗ ਜਗ੍ਹਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਲੈ ਕੇ ਜਾਣਾ ਮੈਂ ਸਮਝਦਾ ਨਿਰਾਦਰੀ ਹੈ। ਇਹ ਤੇ ਲਿਜਾਣ ਵਾਲੇ ਨੂੰ ਖੁਦ ਆਪ ਸੋਚਣਾ ਚਾਹੀਦਾ ਵੀ ਮੈਂ ਆਪਣੇ ਨਿੱਜੀ ਹਿੱਤਾਂ ਵਾਸਤੇ ਲੈ ਕੇ ਚੱਲਿਆ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਆ ਜਾਂ ਨਿਰਾਦਰੀ ਆ, ਇਹ ਲਿਜਾਣ ਤੋਂ ਪਹਿਲਾਂ ਸੋਚਣਾ ਚਾਹੀਦਾ। ਆਪਾਂ ਸਹਿਮਤ ਨਹੀਂ, ਜਿੱਥੇ ਇਤਰਾਜ਼ਯੋਗ ਜਗ੍ਹਾ ਉੱਥੇ ਵੀ ਲਿਜਾਣਾ ਜਾਂ ਆਪਣੇ ਨਿੱਜੀ ਹਿੱਤਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਆਪਣੇ ਨਿੱਜੀ ਹੱਥ ਸਵਾਰਨੇ, ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਨਿਰਾਦਰੀ ਆ, ਸਤਿਕਾਰ ਨੇ। ਤੇ ਜਿਵੇਂ ਹਾਈਵੇ ਜਾਮ ਕਰਨੇ ਆ ਮੋਰਚਿਆਂ ਨੂੰ ਲੈ ਕੇ, ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਇਹ ਪਰਿਵਾਰ ਦੇ ਸ਼ਹੀਦ ਨਹੀਂ, ਉਹ ਪਰਿਵਾਰਕ ਮਸਲੇ ਵਾਸਤੇ ਸ਼ਹੀਦ ਨੇ, ਉਹ ਸਮੁੱਚੀ ਕੌਮ ਦੇ ਸ਼ਹੀਦ ਆ। ਜਿੰਨਾ ਚਿਰ ਤੱਕ ਆਪਾਂ ਸਮੁੱਚੀ ਕੌਮ ਦੀ ਸਹਿਮਤੀ ਨਹੀਂ ਲੈਂਦੇ, ਸਮੁੱਚੀ ਕੌਮ ਦਾ ਸਹਿਯੋਗ ਨਹੀਂ ਲਾਉਂਦੇ, ਉਹਨਾਂ ਚਿਰ ਆਪਣੇ ਵਾਸਤੇ ਮੋਰਚਾ ਲਾਉਣਾ, ਧਰਨਾ ਲਾਉਣਾ, ਹਾਈਵੇਜ਼ ਜਾਮ ਕਰਨਾ, ਇਹ ਕੋਈ ਬਹੁਤ ਹੀ ਜ਼ਿਆਦਾ ਸ਼ੋਭਾ ਵਾਲੀ ਗੱਲ। ਸੋ ਅਖੀਰ 'ਚ ਸੁਖਰਾਜ ਸਿੰਘ ਕਹਿੰਦੇ ਸੀ ਕਿ ਸਰਬੱਤ ਖਾਲਸਾ ਦੁਬਾਰਾ ਬੁਲਾਇਆ ਜਾਣਾ ਚਾਹੀਦਾ, ਤੇ ਜਿਹੜੇ ਇਹ ਲੋਕ ਸਨ ਜਿਨ੍ਹਾਂ ਅਗਵਾਈ ਕੀਤੀ ਇਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰਨਾ ਚਾਹੀਦਾ।
ਵੇਖੋ, ਜੇ ਤੇ ਮੈਂ ਕਸੂਰਵਾਰ ਹੋਊਂਗਾ, ਸੰਗਤ ਮੈਨੂੰ ਸੰਗਤ ਦੇ ਕਟਹਿਰੇ ਵਿੱਚ ਖੜਾ ਕਰੂਗੀ, ਮੈਂ ਜ਼ਰੂਰ ਖੜਾ ਹੋਊਂਗਾ। ਜਦੋਂ ਮੈਂ ਗਲਤੀ ਨਹੀਂ ਕੀਤੀ ਤਾਂ ਮੈਨੂੰ ਕਟਹਿਰੇ 'ਚ ਖੜਾ ਕਰਨ ਵਾਲਾ ਕੌਣ ਆ? ਹਾਂ, ਜਿਨ੍ਹਾਂ ਨੇ ਗਲਤੀ ਕੀਤੀ ਆ, ਇਹ ਸੁਖਰਾਜ ਸਿੰਘ ਦੇ ਕਹਿਣ 'ਤੇ ਸਰਬੱਤ ਖਾਲਸਾ ਨਹੀਂ, ਸਰਬੱਤ ਖਾਲਸਾ ਸਰਬੱਤ ਸੰਗਤਾਂ ਦੇ ਕਹਿਣ 'ਤੇ ਹੁੰਦਾ ਹੈ, ਕਿਉਂਕਿ ਉਹਦਾ ਨਾਂ ਹੀ ਸਰਬੱਤ ਖਾਲਸਾ। ਜਦੋਂ ਸਰਬੱਤ ਖਾਲਸਾ ਇਕੱਠਾ ਹੋਊਗਾ ਤੇ ਸਾਰੀ ਦੁਨੀਆ ਨੂੰ ਸਰਬੱਤ ਖਾਲਸਾ ਇਕੱਠਾ ਹੋਣ ਵਾਸਤੇ ਕਾਲ ਦੇਊਗਾ ਜਾਂ ਸਹਿਯੋਗ ਕਰੂਗਾ, ਉਦੋਂ ਜ਼ਰੂਰ ਸਰਬੱਤ ਖਾਲਸਾ ਹੋਊਗਾ। ਜਿੱਥੇ ਵੀ ਸਾਨੂੰ ਸੱਦਣਗੇ ਆਪਾਂ ਜਵਾਬ ਦੇ ਹਾਂ, ਜਿੱਥੇ ਸਾਡੇ 'ਤੇ ਸਵਾਲ ਕਰਨਗੇ ਆਪਾਂ ਸਵਾਲਾਂ ਦੇ ਜਵਾਬ ਦੇਵਾਂਗੇ। ਨਾ ਤੇ ਭੱਜੇ ਹਾਂ ਅਤੇ ਨਾ ਭੱਜਣ ਵਾਲਿਆਂ ਦੀ ਹਮਾਇਤ ਕਰਦੇ ਹਾਂ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਪਹਿਲਾਂ ਵੀ ਤਤਪਰ ਸੀ, ਹੁਣ ਵੀ ਆ, ਅਤੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਸਵਾਸ, ਸਮਾਂ ਅਤੇ ਸਰੀਰ ਬਖਸ਼ਿਆ, ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਜ਼ਰੂਰ ਸਤਿਕਾਰ ਕਰਦੇ ਹਾਂ। ਸੋ ਧੰਨਵਾਦ ਹੈ ਭਾਈ ਸਾਹਿਬ ਟਾਈਮ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਸਰਕਾਰ ਤੇ ਰਹਿਮਤ ਟੀਵੀ ਨਾਲ ਬਣੇ ਰਹਿਣਾ, ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦੀ ਖਬਰ ਜਿਹੜੀ ਆ ਜਲਦ ਤੋਂ ਜਲਦ ਤੁਹਾਡੇ ਰੂਬਰੂ ਕੀਤੀ ਜਾਵੇ। ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਦੇ ਨਾਲ ਗੁਰਿੰਦਰ ਸਿੰਘ ਬਾਠ, ਬਹੁਤ ਬਹੁਤ ਧੰਨਵਾਦ।